TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਕੁਝ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰ ਲਈਏ, ਪਰ ਸੰਖੇਪ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਿ ਕਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ। ਕੈਨੇਡਾ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਨਵੀਂ ਸਰਕਾਰ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰ। ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਕੀਤੀ ਗ੍ਰਿਫਤਾਰ। ਕਾਬਲ 'ਚ ਚੋਰ ਭਲਾਈ ਦੇ ਕੇ 150 ਭਾਰਤੀਆਂ ਨੂੰ ਕੀਤਾ ਗਿਆ 에ਅਰਲਿਫਟ। ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਗ੍ਰਿਫਤਾਰ। ਕੈਪਟਨ ਸਰਕਾਰ ਵੱਲੋਂ ਹਫ਼ਤੇ ਅੰਦਰ 2.5 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਅਤੇ ਕਿਸਾਨੀ ਸੰਘਰਸ਼ ਲੇਖੇ ਲੱਗੀਆਂ 3 ਹੋਰ ਜਾਨਾਂ। ਦੋਸਤੋ ਆਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇੱਧਰੋਂ ਵਧੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਜੀ, ਤਾਂ ਕਿ ਤੁਸੀਂ ਸਮੇਂ ਸਿਰ ਪ੍ਰੋਗਰਾਮ ਦੇ ਹਿੱਸੇਦਾਰ ਬਣ ਸਕੋ, ਸ਼ਾਮਲ ਹੋ ਸਕੋ। ਲਾਈਵ ਪ੍ਰੋਗਰਾਮ ਰੋਜ਼ਾਨਾ ਪੇਸ਼ ਕੀਤਾ ਜਾਂਦਾ, ਤੁਸੀਂ ਆਪਣੀਆਂ ਜਿਹੜੀਆਂ ਟਿੱਪਣੀਆਂ ਨੇ ਵਲਵਲੇ ਨੇ ਉਸ ਪ੍ਰੋਗਰਾਮ ਦੌਰਾਨ ਸ਼ਾਮਲ ਕਰ ਸਕੋ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਕੱਲੀ ਖਬਰ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕਰਦੇ ਹੋਏ ਪ੍ਰੋਗਰਾਮ ਦੀ ਆਖਰੀ ਮੰਜ਼ਿਲ ਵੱਲ ਵਧੀਏ। ਸਭ ਤੋਂ ਪਹਿਲੀ ਖਬਰ ਸਾਡੇ ਆਪਣੇ ਮੁਲਕ ਕੈਨੇਡਾ ਤੋਂ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਥਿਤੀ ਸਾਫ਼ ਕਰ ਦਿੱਤੀ ਹੈ। ਉਹਨਾਂ ਨੇ ਆਖਿਆ ਕਿ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਚਿੰਤਾਜਨਕ ਹੈ ਤੇ ਇਸ ਮਸਲੇ ਦੇ ਉੱਤੇ ਉਹਨਾਂ ਨੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਹੈ। ਟਰੂਡੋ ਨੇ ਅਫਗਾਨਿਸਤਾਨ ਦੇ ਵਿੱਚ ਨਵੀਂ ਤਾਲਿਬਾਨ ਸਰਕਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਅਫਗਾਨਿਸਤਾਨ ਦੇ ਮੁੱਦੇ ਤੇ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਉਹਨਾਂ ਨੇ ਸੱਤਾ ਹਥਿਆਉਣ ਲਈ ਜੋ ਕੰਮ ਚੁਣਿਆ ਉਹ ਠੀਕ ਨਹੀਂ, ਕਿਉਂਕਿ ਚੁਣੀ ਹੋਈ ਲੋਕਤੰਤਰੀ ਸਰਕਾਰ ਨੂੰ ਤਾਕਤ ਨਾਲ ਹਥਿਆਰ ਦੀ ਨੋਕ ਤੇ ਬਦਲ ਕੇ ਰੱਖ ਦਿੱਤਾ ਹੈ। ਅੱਤਵਾਦੀ ਸੰਗਠਨ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸਰਕਾਰ ਵਜੋਂ ਮਾਨਤਾ ਦੇਣ ਦੇ ਲਈ ਉਹ ਕਹਿੰਦੇ ਸਾਡੀ ਕੋਈ ਯੋਜਨਾ ਨਹੀਂ। ਉਹ ਕੈਨੇਡੀਅਨ ਕਾਨੂੰਨ ਅਧੀਨ ਮਾਨਤਾ ਪ੍ਰਾਪਤ ਅੱਤਵਾਦੀ ਸੰਗਠਨ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਮਾਨਤਾ ਨਹੀਂ ਦੇਵਾਂਗੇ। ਉਹ ਕਹਿੰਦੇ ਇਸ ਵਕਤ ਜੇਕਰ ਸਾਡਾ ਕੋਈ ਧਿਆਨ ਹੈ ਤਾਂ ਉਹ ਅਫਗਾਨਿਸਤਾਨ ਦੇ ਲੋਕਾਂ ਤੇ ਹੈ ਕਿ ਅਫਗਾਨਿਸਤਾਨ ਵਿੱਚੋਂ ਉਹਨਾਂ ਨੂੰ ਬਾਹਰ ਕਿਵੇਂ ਕੱਢ ਲਿਆ ਜਾਵੇ ਅਤੇ ਲੋਕਾਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਦੇ ਲਈ ਕਿਸ ਤਰੀਕੇ ਨਾਲ ਯਕੀਨ ਬਣਾਇਆ ਜਾ ਸਕੇ ਕਿ ਉਹ ਹਵਾਈ ਅੱਡੇ ਤੱਕ ਪੁੱਜ ਸਕਣ ਤੇ ਉੱਥੋਂ ਉਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਨਾਲ ਹੀ ਉਹਨਾਂ ਇਹ ਵੀ ਆਖਿਆ ਕਿ 20 ਵਰ੍ਹੇ ਪਹਿਲਾਂ ਜਦੋਂ ਇਸ ਅੱਤਵਾਦੀ ਗਰੁੱਪ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀ, ਕੈਨੇਡਾ ਨੇ ਤਾਲਿਬਾਨ ਦੀ ਸਰਕਾਰ ਨੂੰ ਉਸ ਵਕਤ ਵੀ ਮਾਨਤਾ ਨਹੀਂ ਸੀ ਦਿੱਤੀ। ਦੂਸਰੇ ਪਾਸੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅਫਗਾਨਿਸਤਾਨ ਦੇ ਵਿੱਚੋਂ ਭੱਜ ਗਏ ਸਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ। ਕੋਈ ਤਜ਼ਾਕਿਸਤਾਨ ਵਿੱਚ ਕਹਿੰਦਾ ਸੀ, ਕੋਈ ਓਮਾਨ ਵਿੱਚ ਕਹਿੰਦਾ ਸੀ, ਪਰ ਹੁਣ ਪਤਾ ਲੱਗਿਆ ਕਿ ਗਨੀ ਅਤੇ ਉਹਨਾਂ ਦੇ ਪਰਿਵਾਰ ਨੂੰ ਸੰਯੁਕਤ ਅਰਬ ਅਮੀਰਾਤ ਨੇ ਮਨੁੱਖੀ ਆਧਾਰ ਬਣਾ ਕੇ ਆਪਣੇ ਮੁਲਕ ਵਿੱਚ ਪਨਾਹ ਦੇ ਦਿੱਤੀ ਹੈ। ਦੂਸਰੇ ਪਾਸੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲਿਬਾਨ ਲੜਾਕੇ ਨੇ ਉਹ ਕਾਬਜ਼ ਹੋ ਚੁੱਕੇ ਨੇ। ਕਾਬਜ਼ ਹੁੰਦੇ ਸਾਰੀ ਉਹਨਾਂ ਨੇ ਸਰਕਾਰ ਬਣਾਉਣ ਦੇ ਯਤਨ ਤੇਜ਼ ਕੀਤੇ ਹੋਏ ਨੇ। ਤਾਲਿਬਾਨ ਦਾ ਸਭ ਤੋਂ ਜਿਹੜਾ ਤਾਕਤਵਰ ਧੜਾ ਉਹ ਹੱਕਾਨੀ ਨੈਟਵਰਕ ਹੈ ਤੇ ਇਸ ਗਰੁੱਪ ਦੇ ਸੀਨੀਅਰ ਆਗੂਆਂ ਨੇ ਤਾਲਿਬਾਨੀ ਕਮਾਂਡਰ ਅਨਸ ਹੱਕਾਨੀ ਤੇ ਸਾਬਕਾ ਅਫਗਾਨ ਸਦਰ ਹਾਮਦ ਕਰਜ਼ਈ ਨਾਲ ਮੁਲਾਕਾਤ ਕੀਤੀ ਹੈ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਦੱਸਣਾ ਬਣਦਾ ਕਿ ਸਾਲ 2012 ਵਿੱਚ ਅਮਰੀਕਾ ਨੇ ਇਸ ਹੱਕਾਨੀ ਨੈਟਵਰਕ ਨੂੰ ਅੱਤਵਾਦੀ ਗਰੁੱਪ ਐਲਾਨ ਦਿੱਤਾ ਸੀ। ਹੱਕਾਨੀ ਗਰੁੱਪ ਦਾ ਨਵੀਂ ਸਰਕਾਰ ਦੇ ਵਿੱਚ ਹਿੱਸਾ ਬਣਨ ਤੇ ਭਵਿੱਖ ਵਿੱਚ ਇਹ ਅੰਦਾਜ਼ਾ ਲਾਇਆ ਜਾ ਸਕਦਾ, ਜਿਸ ਤਰ੍ਹਾਂ ਕੈਨੇਡਾ ਸਰਕਾਰ ਨੇ ਆਖ ਦਿੱਤਾ ਕਿ ਅਸੀਂ ਇਹਨਾਂ ਨੂੰ ਮਾਨਤਾ ਨਹੀਂ ਦੇਵਾਂਗੇ। ਅਫਗਾਨਿਸਤਾਨ ਦੀ ਇਸ ਨਵੀਂ ਬਣ ਰਹੀ ਸਰਕਾਰ ਤੇ ਕੌਮਾਂਤਰੀ ਪਾਬੰਦੀਆਂ ਲੱਗਣ ਦੇ ਆਸਾਰ ਬਣਦੇ ਜਾ ਰਹੇ ਨੇ, ਕਿਉਂਕਿ ਅਮਰੀਕਾ ਨੇ ਹੱਕਾਨੀ ਨੈਟਵਰਕ ਨੂੰ ਅੱਤਵਾਦੀ ਗਰੁੱਪ, ਕੈਨੇਡਾ ਨੇ ਅੱਤਵਾਦੀ ਗਰੁੱਪ ਅਤੇ ਹੋਰ ਬਹੁਤ ਸਾਰੇ ਮੁਲਕ ਜੇਕਰ ਇਹ ਸਰਕਾਰ ਦਾ ਹਿੱਸਾ ਬਣੇ, ਕਿਉਂਕਿ ਤਾਲਿਬਾਨਾਂ ਨੇ ਇਹ ਕਿਹਾ ਕਿ ਅਸੀਂ ਸਾਰੇ ਵਰਗਾਂ ਨੂੰ ਹਿੱਸੇਦਾਰ ਬਣਾਵਾਂਗੇ, ਸਾਰਿਆਂ ਦੀ ਸਰਕਾਰ ਵਿੱਚ ਸ਼ਮੂਲੀਅਤ ਹੋਏਗੀ। ਜੇਕਰ ਇਹ ਗਰੁੱਪਾਂ ਦੀ ਸ਼ਮੂਲੀਅਤ ਹੋਈ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਅਫਗਾਨ ਦੇ ਉੱਤੇ ਕੁਝ ਪਾਬੰਦੀਆਂ ਲੱਗਣ। ਤੇ ਅਗਲੀ ਜਿਹੜੀ ਖਬਰ ਹੈ ਉਹ ਇਸ ਗੱਲ ਨੂੰ ਤਸਦੀਕ ਕਰਦੀ ਹੈ, ਜਿਹੜਾ ਲੋਕਾਂ ਦੇ ਵਿੱਚ ਖੌਫ ਹੈ, ਜਿਹੜੇ ਉੱਥੋਂ ਡਰ ਕੇ ਭੱਜ ਰਹੇ ਨੇ। ਖਬਰਾਂ ਮਿਲ ਰਹੀਆਂ ਨੇ ਕਿ ਅੱਜ ਤਾਲਿਬਾਨ ਦੀ ਇਸ ਕਬਜ਼ਾ ਲਓ ਜਿਹੜੀ ਨੀਤੀ ਸੀ ਜਾਂ ਜਿਸ ਅਧੀਨ ਉਹਨਾਂ ਨੇ ਕਬਜ਼ਾ ਕਰ ਲਿਆ, ਉੱਥੋਂ ਦੀ ਸਰਕਾਰ ਲਾਂਭੇ ਕਰ ਦਿੱਤੀ ਹੈ। ਉਹਦੇ ਤੋਂ ਬਾਅਦ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ
ਤਾਲਿਬਾਨਾਂ ਦੇ ਖਿਲਾਫ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਨੇ ਅਤੇ ਕਈਆਂ ਥਾਵਾਂ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ। ਇੱਥੋਂ ਤੱਕ ਕਿ ਕਈ ਲੋਕ ਹਲਾਕ ਵੀ ਹੋ ਗਏ ਨੇ। ਤਾਲਿਬਾਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਅਸੀਂ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦੇਵਾਂਗੇ, ਪਰ ਹੁਣ ਤਾਲਿਬਾਨਾਂ ਦੇ ਇੱਕ ਬੁਲਾਰੇ ਨੇ ਆਖ ਦਿੱਤਾ ਹੈ ਕਿ ਦੇਖੋ ਅਸੀਂ ਮੁਸਲਿਮ ਧਰਮ ਦੇ ਅਨੁਸਾਰ ਆਪਣੀ ਸਰਕਾਰ ਚਲਾਉਣੀ ਹੈ, ਮੁਲਾਣਿਆਂ ਤੋਂ ਮੌਲਵੀਆਂ ਤੋਂ ਪੁੱਛਾਂਗੇ ਕਿ ਔਰਤਾਂ ਦਾ ਕੀ ਸਥਾਨ ਹੋਣਾ ਚਾਹੀਦਾ। ਭਾਵ ਰੋਜ਼ ਹੁਣ ਰੰਗ ਬਦਲੇ ਜਾ ਰਹੇ ਨੇ। ਪਹਿਲਾਂ ਉਹਨਾਂ ਨੇ ਪ੍ਰਭਾਵ ਦਿੱਤਾ ਸੀ, ਬੀਤੇ ਦਿਨੀ ਇੱਕ ਮਹਿਲਾ ਐਂਕਰ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਕਿ ਨਹੀਂ ਬਈ 20 ਸਾਲ ਪਹਿਲਾਂ ਜੋ ਹੁੰਦਾ ਸੀ ਹੁਣ ਤਾਲਿਬਾਨਾਂ ਦੀ ਸਰਕਾਰ ਉਸ ਤਰ੍ਹਾਂ ਦੀ ਨਹੀਂ ਹੋਣੀ, ਹੁਣ ਔਰਤਾਂ ਨੂੰ ਬਰਾਬਰ ਹਿੱਸੇਦਾਰੀ ਵੀ ਦੇਵਾਂਗੇ। ਪਰ ਇੱਕ ਪਾਸੇ ਆਜ਼ਾਦੀ ਦੇਣ ਦੀਆਂ ਗੱਲਾਂ, ਸਰਕਾਰ ਦੇ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ, ਦੂਸਰੇ ਪਾਸੇ ਜਿਹੜੀਆਂ ਮਹਿਲਾ ਆਗੂ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ। ਤਾਲਿਬਾਨਾਂ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਸਲੀਮਾ ਮਾਜ਼ਰੀ ਨੂੰ ਗ੍ਰਿਫਤਾਰ ਕਰ ਲਿਆ। ਹਜ਼ਾਰਾ ਭਾਈਚਾਰੇ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਲੀਮਾ ਨੂੰ ਬਲਖ ਪ੍ਰਾਂਤ ਦੀ ਚਾਰਕੰਤ ਜ਼ਿਲ੍ਹੇ ਦੀ ਮਹਿਲਾ ਗਵਰਨਰ ਸੀ ਜੋ ਬੀਤੇ ਕੁਝ ਦਿਨਾਂ ਤੋਂ ਤਾਲਿਬਾਨਾਂ ਦੇ ਨਾਲ ਲੋਹਾ ਲੈ ਰਹੀ ਸੀ, ਆਪਣੀ ਫੌਜ ਬਣਾ ਰਹੀ ਸੀ। ਸਲੀਮਾ ਨੇ ਤਾਲਿਬਾਨਾਂ ਨਾਲ ਲੜਨ ਲਈ ਸੱਚਮੁੱਚ ਘਰ ਵੀ ਬਣਾ ਲਈ ਸੀ, ਖੁਦ ਹਥਿਆਰ ਚੁੱਕ ਲਏ ਸਨ ਤੇ ਸਲੀਮਾ ਆਖਰੀ ਸਮੇਂ ਤੱਕ ਤਾਲਿਬਾਨ ਦਾ ਸਾਹਮਣਾ ਕਰਦੀ ਰਹੀ। ਜਦੋਂ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਕਤਲੇਆਮ ਕਰ ਰਿਹਾ ਸੀ, ਕਹਿਰ ਮਚਾ ਰਿਹਾ ਸੀ, ਮੁਲਕ ਦਾ ਰਾਸ਼ਟਰਪਤੀ ਅਤੇ ਹੋਰ ਆਗੂ ਮੁਲਕ ਛੱਡ ਕੇ ਭੱਜ ਰਹੇ ਸੀ, ਸਰੈਂਡਰ ਕਰ ਰਹੇ ਸੀ, ਪਰ ਸਲੀਮਾ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ, ਇਹ ਮਹਿਲਾ ਗਵਰਨਰ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਆਪਣੀ ਫੌਜ ਖੜੀ ਕਰ ਰਹੀ ਸੀ ਤੇ ਉਹਨਾਂ ਦੇ ਖਿਲਾਫ ਲੜ ਰਹੀ ਸੀ। ਸਲੀਮਾ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਤਾਲਿਬਾਨਾਂ ਦਾ ਡਟ ਕੇ ਮੁਕਾਬਲਾ ਕੀਤਾ, ਵਿਰੋਧ ਕੀਤਾ ਅਤੇ ਫੜੇ ਜਾਣ ਤੋਂ ਪਹਿਲਾਂ ਵੀ ਬੰਦੂਕ ਚੁੱਕ ਕੇ ਉਹ ਆਪਣੇ ਲੋਕਾਂ ਦੀ ਰੱਖਿਆ ਕਰ ਰਹੀ ਸੀ। ਹੁਣ ਤਾਲਿਬਾਨ ਆਪਣੇ ਖਿਲਾਫ ਜਿਹੜੇ ਖੜੇ ਹੋ ਰਹੇ ਨੇ, ਜਿਹੜੇ ਉਹਨਾਂ ਦੇ ਖਿਲਾਫ ਆਵਾਜ਼ਾਂ ਚੁੱਕ ਰਹੇ ਨੇ, ਉਹਨਾਂ ਨੂੰ ਕੁਚਲ ਰਿਹਾ ਹੈ। ਪਹਿਲਾਂ ਤਾਲਿਬਾਨ ਨੇ ਵਰਲਾਡ ਇਸਮਾਈਲ ਖਾਨ ਨੂੰ ਫੜਿਆ ਸੀ, ਹੁਣ ਬਲਖ ਪ੍ਰਾਂਤ ਦੀ ਚਾਰਕੰਤ ਜ਼ਿਲ੍ਹੇ ਦੀ ਗਵਰਨਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਹੁਣ ਵੇਖੋ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਉਹਨਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਅਸੀਂ 20 ਸਾਲ ਪਹਿਲਾਂ ਵਰਗਾ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਦੇਵਾਂਗੇ, ਵੇਖਦੇ ਹਾਂ ਕਿ ਜਿਸ ਤਰ੍ਹਾਂ ਦੇ ਰੰਗ ਨਿਤ ਪ੍ਰਤੀ ਦਿਨ ਬਦਲੇ ਜਾ ਰਹੇ ਹੈ, ਕਿ ਇਹ ਹੋਰ ਬਦਲਦਾ ਹੈ ਜਾਂ ਫਿਰ ਸੱਚਮੁੱਚ ਪਹਿਲਾਂ ਨਾਲੋਂ ਕੁਝ ਵੱਖਰਾ ਕਰ ਦਿਖਾਏਗਾ। ਉੱਥੇ ਫਸੇ ਹੋਏ ਲੋਕਾਂ ਨੂੰ ਹਰ ਇੱਕ ਮੁਲਕ ਦੀ ਸਰਕਾਰ ਕੱਢ ਰਹੀ ਹੈ। ਬੀਤੇ ਦਿਨੀ ਤੁਸੀਂ ਵੇਖਿਆ ਹੋਣਾ ਕਿ ਹਵਾਈ ਅੱਡੇ ਨੂੰ ਜਾਣ ਵਾਲੇ ਰਸਤੇ ਕਿਵੇਂ ਬਲੌਕ ਹੋਏ ਪਏ ਸੀ, ਕਿਵੇਂ ਇੱਕ ਜਹਾਜ਼ ਦੇ ਆਲੇ ਦੁਆਲੇ ਲੋਕ ਲਟਕ ਰਹੇ ਸਨ, ਕਿਵੇਂ ਟਰਬਾਈਨਾਂ ਦੇ ਆਲੇ ਦੁਆਲੇ ਲੋਕ ਲਿਪਟ ਰਹੇ ਸਨ। ਬਾਅਦ ਵਿੱਚ ਕਈਆਂ ਦੀ ਮੌਤ ਵੀ ਹੋਈ ਸੀ। ਹੁਣ ਅਫਗਾਨਿਸਤਾਨ ਦੇ ਵਿੱਚ ਇਹ ਸਾਰਾ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ, 20 ਸਾਲਾਂ ਤੋਂ ਬਾਅਦ ਤਾਲਿਬਾਨਾਂ ਦੀ ਵਾਪਸੀ ਹੋ ਰਹੀ ਹੈ। ਲੋਕਾਂ ਦੇ ਵਿੱਚ ਦਹਿਸ਼ਤ ਹੈ, ਬਰਾਬਰਤਾ ਤੇ ਖੌਫ ਦਾ ਮਾਹੌਲ ਦੇ ਵਿੱਚ ਲੋਕ ਛੱਡ ਨੇ ਕਿ ਸਾਨੂੰ ਬਰਾਬਰਤਾ ਤਾਂ ਮਿਲਣੀ ਨਹੀਂ, ਜਾਂ ਇਹ ਆਖ ਸਕਦੇ ਕਿ ਮਜਬੂਰੀ ਦੇ ਵਿੱਚ ਉੱਥੋਂ ਲੋਕ ਛੱਡ ਰਹੇ ਨੇ। ਕੁਝ ਲੋਕ ਪੰਜਾਬ 'ਚ ਪੜ੍ਹ ਰਹੇ ਨੇ, PIU 'ਚ ਪੜ੍ਹਨ ਵਾਲੇ ਜਿਹੜੇ ਬੱਚੇ ਨੇ ਉਹ ਦੱਸ ਰਹੇ ਨੇ ਕਿ ਸਾਨੂੰ ਤਾਂ ਫਿਕਰ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ। ਰਾਜਸਥਾਨ 'ਚ, ਹਰਿਆਣੇ 'ਚ ਤੇ ਹੋਰਨਾਂ ਮੁਲਕਾਂ ਵਿੱਚ ਵੀ ਜਿਹੜੇ ਲੋਕ ਆਏ ਹੋਏ ਨੇ, ਕੁਝ ਇੰਡੀਆ ਦੇ ਵਿੱਚ ਵਪਾਰ ਕਰਨ ਵਾਸਤੇ ਵੀ ਆਏ ਸੀ। ਉਹ ਕਹਿੰਦੇ ਸਾਡੇ ਬੱਚੇ ਸਹਿਮੇ ਹੋਏ ਨੇ, ਸਾਡੀਆਂ ਧੀਆਂ ਧਿਆਣੀਆਂ ਨੇ, ਸਾਡੀਆਂ ਘਰਵਾਲੀਆਂ ਨੇ ਕਈ ਦਿਨ ਹੋ ਗਏ ਰੋਟੀ ਨਹੀਂ ਖਾਧੀ, ਘਰਾਂ ਦੇ ਵਿੱਚ ਬੈਠੇ ਨੇ, ਸਾਡੀ ਕਹਿੰਦੇ ਧੜਕਣ ਉੱਥੇ ਧੜਕ ਰਹੀ ਹੈ ਕਿ ਉਹਨਾਂ ਨੂੰ ਕਿਵੇਂ ਕੱਢ ਲਿਆਈਏ। ਉਹਨਾਂ ਨੇ ਸਰਕਾਰਾਂ ਨੂੰ ਬੇਨਤੀ ਕੀਤੀ ਹੈ, ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਡੇ ਪਰਿਵਾਰਾਂ ਨੂੰ ਉੱਥੋਂ ਕੱਢਣ ਦੇ ਵਿੱਚ ਸਾਡੀ ਮਦਦ ਕਰੋ। ਮਜਬੂਰ ਲੋਕ ਬੈਠੇ ਨੇ, ਪਰ ਜਿਹੜੇ ਭਾਰਤੀ ਉੱਥੇ ਫਸੇ ਹੋਏ ਸੀ ਉਹਨਾਂ ਨੂੰ ਏਅਰਲਿਫਟ ਕਰ ਲਿਆ ਗਿਆ ਤੇ ਮਿਸ਼ਨ ਪੂਰਾ ਕੀਤਾ। ਤੇ ਹਾਲੇ ਵੀ ਕੁਝ ਇੱਕ ਲੋਕ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਜਾਣਕਾਰੀ ਮਿਲੀ ਹੈ ਕਿ ਆਪਰੇਸ਼ਨ ਏਅਰਲਿਫਟ 15 ਅਗਸਤ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਕਾਬਲ ਦੇ ਵਿੱਚ ਸਥਿਤ ਭਾਰਤੀ ਦੂਤਾਵਾਸ ਤੋਂ ਤਕਰੀਬਨ 70 ਮੀਟਰ ਦੀ ਦੂਰੀ ਤੇ 15 ਅਗਸਤ ਵਾਲੇ ਦਿਨ ਧਮਾਕੇ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਭਾਰਤੀਆਂ ਦੀ ਸੁਰੱਖਿਆ ਦੀ ਚਿੰਤਾ ਲਗਾਤਾਰ ਵਧਣੀ ਸ਼ੁਰੂ ਹੋਈ। ਪਤਾ ਲੱਗਿਆ ਕਿ ਉਹਨਾਂ ਨੂੰ ਕੱਢਣ ਵਾਸਤੇ ਫਿਰ 2 ਟੀਮਾਂ ਦਾ ਗਠਨ ਕੀਤਾ ਗਿਆ। ਕਾਬਲ ਦੇ ਵੱਖ-ਵੱਖ ਠਿਕਾਣਿਆਂ ਦੇ ਵਿੱਚ ਫਸੇ ਭਾਰਤ ਨੂੰ ਕੱਢਣ ਵਾਸਤੇ ਇਹ ਜਿਹੜੀਆਂ ਟੀਮਾਂ ਬਣਾਈਆਂ ਗਈਆਂ, ਇੱਕ ਟੀਮ ਦੇ ਵਿੱਚ 46 ਲੋਕ ਸੀ। ਇਹਨਾਂ ਨੂੰ 16 ਅਗਸਤ ਨੂੰ ਲਿਆਂਦਾ ਗਿਆ। ਉੱਥੇ ਦੂਸਰੀ ਜਿਹੜੀ ਟੀਮ ਸੀ ਉਹਦੇ ਵਿੱਚ ਭਾਰਤ ਦੇ ਰਾਜਦੂਤ ਵੀ ਸੀ, ਉਹਦੇ ਵਿੱਚ ITBP ਦੇ ਕਮਾਂਡੋ ਵੀ ਸੀ, 3 ਔਰਤਾਂ ਵੀ ਸੀ, 99 ਕਮਾਂਡੋ ਸਨ, ਦੂਤਾਵਾਸ ਦਾ ਸਟਾਫ ਵੀ ਸ਼ਾਮਲ ਸੀ। 17 ਅਗਸਤ ਨੂੰ ਤਕਰੀਬਨ ਜਾਣਕਾਰੀ ਅਨੁਸਾਰ 150 ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ। ਜੇਕਰ ਸੂਤਰਾਂ ਦੀ ਮੰਨੀਏ ਤਾਂ ਉੱਥੋਂ ਨਿਕਲਣ ਦੀ ਪਹਿਲੀ ਕੋਸ਼ਿਸ਼ 15 ਅਗਸਤ ਨੂੰ ਕੀਤੀ ਗਈ। ਜਦ ਦੇਖਿਆ ਉਹ ਲੋਕ ਜਦੋਂ ਏਅਰਪੋਰਟ ਵਾਸਤੇ ਨਿਕਲਣਾ ਚਾਹੁੰਦੇ ਸੀ, ਨਿਕਲੇ ਵੀ, ਪਰ ਏਅਰਪੋਰਟ ਤੱਕ ਪਹੁੰਚ ਨਾ ਸਕੇ।
क्योंकि एक चैक पॉइंट जदों उन्होंने सामने देखा तो उत्थे हथियारबंद तालिबान खड़े सी, जिस दे कारण 15 अगस्त वाले दिन ये टीम वापस फिर दूतावास चली गई। 16 अगस्त को एक बार फिर तो इन्होंने कोशिश की तो शाम 4 बजे एयरपोर्ट वास्ते ये निकले। रस्ते में उन्होंने फिर देखा कि तालिबान के हथियारबंद लोग ने वो तो दूतावास के बाहर खड़े है। अजिहे हालात दे विच 15 किलोमीटर की दूरी जिहड़ी एयरपोर्ट तक उन्होंने तय करनी सी, वो एक वड्डी चुनौती सी। तो फिर आखिरकार निकलना तो सी। फिर रात के 10:30 बजे ये टीम एयरवेस लिए रवाना हुई। हथियारबंद जिहड़े तालिबान रस्ते में खड़े सी उन्होंने चकमा दिंदे हुए रात के तकरीबन 3:30 बजे हवाई अड्डे ते पहुँच गए। इसे दौरान सड़कों के उत्ते उन्होंने दस्सण के मुताबिक भीड़ भड़का सी ते लगभग हर किलोमीटर तो बाद बैरीकेडिंग की हुई सी ते उन्हां बैरीकेडिंग के उत्ते जिथे की हुई सी तालिबानी खड़े सन ते सूत्रां के मुताबिक दूतावास तो लोगों को एयरपोर्ट तक सुरक्षित पहुँचाने के वास्ते तकरीबन 14 बुलट प्रूफ कारां दा इस्तेमाल किया गया। तो यह भी पता लग्या कि 56 घंटिया के विच कोई भी बंदा सुता नहीं। तो उत्थों फिर जहाज़ ने सवेरे 5:30 बजे उड़ान भरी और 11:15 बजे गुजरात में आके लैंड किया। टीम का जोरदार स्वागत किया गया। इस तो बाद उन्होंने हिंडन एयरबेस से ले जाया गया। 56 घंटिया के इस मिशन के दौरान पता लग्या कि ना कोई सुता, ना किसी ने कोई खाना खाधा। तो हुण इस वक्त भारत का जिहड़ा दूतावास है, अंबैसी है अफगानिस्तान दे विच, वो बंद की हुई है। तो हाले भी जिहड़े लोग उत्थे फसे हुए ने उन्होंने हर मुल्क कढ़ण दीयां कोशिशां कर रहे हैं। तो अज दी वड्डी खबर, पंजाब पुलिस के साबका मुखी सुमेध सैनी गिरफ्तार कर ले गए। लंबे समय तो बाद उन्हों की गिरफ्तारी हुई है। गिरफ्तारी तो बच रहे सी। लगभग हर केस के विच अगाऊ जमानत वो लेंदे रहे, सुप्रीम कोर्ट तक दरवाजे खड़काउंदे रहे। तो आखिरकार सुमेध सैनी नूं गिरफ्तार कर लिया गया। भरोसेयोग सूत्रों तो जी जानकारी मिली है, उस जानकारी के अनुसार सैनी की गिरफ्तारी मोहाली विच हुई और यह गिरफ्तारी कांस्टेबल भर्ती घोटाले विच कीती दसी जा रही है। सुमेध सैनी के खिलाफ एक नहीं पहला भी दर्जना केस ने, उन्हां विचों भ्रिष्टाचार नाल संबंधित केस भी ने अते उन्हां दे खिलाफ कतल दे अते ताकत की दुरवरतों के केस भी ने। उन्होंने अपनी जायदाद जिहड़ी बनाई आमदन तो स्रोतों तो किते वध बनाई। लगभग 4 सालों तो सुमेध सैनी किसी न किसी तरह गिरफ्तारी तो बच रहे सी। अकाली भाजपा की जिस वक्त सरकार सी उस वक्त एक ताकतवर DGP वजों वो विचरते रहे। पर आखिरकार सुमेध सैनी नूं मोहाली की अदालत दे विच पेश किया जाना है। हुण ये पता लग्या कि अदालती हुक्मां तो बाद, क्योंकि मानयोग अदालत ने झाड़िया सी कि भाई तू जांच पड़ताल दे विच सहयोग क्यों नहीं दिंदा। असल दे विच जांच पड़ताल दे विच सहयोग देण दे वास्ते बीती शाम करीब 8 बजे सुमेध सैनी तफतीश में शामिल होने वास्ते गए। जानकारी अनुसार पंजाब विजिलेंस ब्यूरो के जो दफ्तर पहुंचे उस वक्त विजिलेंस दफ्तर के कोई खास अधिकारी मौजूद नहीं सी। अपने वकीलों के नाल सैनी विजिलेंस के दफ्तर पहुंचता है। विजिलेंस के दफ्तर विच भावें घट अफसर सन, घट कर्मचारी सन, पर तारां खड़क गई। अफसरां की टीम मौके पर पहुंच गई। पता लग्या कि विजिलेंस अधिकारियों के नाल साबका DGP सैनी की तलख कलामी भी हुई। फिर उन्होंने फैसला कर लिया कि इंज गल नहीं बननी। तो पुछगिछ के दौरान ही विजिलेंस अफसर कहते भाई तेनों गिरफ्तार करने का असीं फैसला कर लिया। पता लग्या कि सैनी की गिरफ्तारी तो पहला उसकी सुरक्षा नूं हटा दिता गया सी। सुमेध सैनी तकरीबन 1 दर्जन केसां का सामना कर रहे हैं। जानकारी अनुसार कुछ दिन पहला स्रोतां तो वध आमदन बनाए जाने के दोषों के तहत दर्ज केस के विच पंजाब और हरियाणा हाई कोर्ट ने सैनी की गिरफ्तारी ते भावें रोक लगा दी सी। विजिलेंस ने कुछ केसां का वाधा कर दिता सी। ये केसां का वाधा किए जाने तो बाद सैनी ने अपनी अदालत दे विचों अर्जी वापस लै रही सी। ये सारे घटनाक्रम तो बाद बीती देर शाम जदों सैनी विजिलेंस के दफ्तर पहुँचता है तो उसनूं उत्थे गिरफ्तार कर लिया जाता है। हुण अदालत दे विच उसनूं पेश किया जाना है। वेखदे हां कि अदालत उसनूं रिमांड ते भेजदी है जां अदालत की फैसला सुणाउंदी है, क्योंकि अज तक जदों जदों सुमेध सैनी ने अदालत का दरवाजा खड़काया उसनूं जमानत अगाऊ मिलती रही है। भावें वो हाई कोर्ट विचों मिले, भावें वो सुप्रीम कोर्ट विचों मिले, पर आखिरकार बकरी दी मां कद तक खैर मनाऊ। क्योंकि केस एक नहीं, केस कई ने।
ਜਿਨ੍ਹਾਂ ਵਿੱਚ ਮੁਲਤਾਨੀ ਵਾਲਾ ਕੇਸ ਵੀ ਹੈ, ਸੈਣੀ ਮੋਟਰਸ ਵਾਲਾ ਕੇਸ ਵੀ ਹੈ, ਇੱਥੋਂ ਤੱਕ ਕਿ ਕੋਟਕਪੂਰਾ ਗੋਲੀ ਕਾਂਡ ਵਾਲੇ ਕੇਸ ਵਿੱਚ ਵੀ ਇਹ ਨਾਮਜ਼ਦ ਨੇ। ਆਹ ਸਰੋਤਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਕੇਸ ਵੀ ਇਹਨਾਂ ਦੇ ਸਿਰ ਬੋਲ ਰਹੇ ਨੇ। ਤੇ ਉਧਰ ਸਰਕਾਰ ਹੁਣ ਜਾਣ ਵਾਲੀ ਹੈ। ਸਰਕਾਰ ਕੁਝ ਨਾ ਕੁਝ ਕਰਨਾ ਚਾਹੁੰਦੀ ਹੈ, ਲੋਕਾਂ ਨੂੰ ਦਿਖਾਉਣਾ ਚਾਹੁੰਦੀ ਹੈ। ਵੇਖਦੇ ਹਾਂ ਕਿ ਅੱਜ ਅਦਾਲਤ ਦੇ ਵਿੱਚ ਫੈਸਲਾ ਕੀ ਹੁੰਦਾ ਹੈ। ਪਰ ਅਗਲੀ ਜਿਹੜੀ ਖਬਰ ਹੈ ਬਹੁਤ ਮਹੱਤਵਪੂਰਨ ਤੇ ਵੱਡੀ ਖਬਰ ਹੈ। ਉਹਦਾ ਕਾਰਨ ਹੈ ਕਿ ਕੈਪਟਨ ਸਰਕਾਰ ਕਹਿੰਦੀ ਇੱਕ ਹਫ਼ਤੇ ਦੇ ਵਿੱਚ ਲਗਭਗ 2.5 ਲੱਖ ਲੋਕਾਂ ਨੂੰ ਅਸੀਂ ਰੁਜ਼ਗਾਰ ਦੇਣਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਉਹੀ ਗੱਲ ਹੋ ਰਹੀ ਹੈ ਕਿ ਬੂਹੇ ਆਈ ਜੰਨਤ ਤੇ ਵਿੰਨੋ ਕੁੜੀ ਦੇ ਕੰਨ? ਕਿਉਂਕਿ ਹੁਣ ਲੋਕਾਂ ਨੇ ਪਿੰਡਾਂ ਵਿੱਚ ਗਿਆ ਤੋਂ, ਸ਼ਹਿਰਾਂ ਵਿੱਚ ਗਿਆ ਤੋਂ ਜਵਾਬ ਲੈਣੇ ਨੇ, ਸਵਾਲ ਕਰਨੇ ਹੈ ਕਿ 2017 ਦੇ ਵਿੱਚ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕਪਤਾਨ ਸਾਹਿਬ ਨੇ ਆਖਿਆ ਸੀ ਕਿ ਘਰ ਘਰ ਰੁਜ਼ਗਾਰ ਦੇਵਾਂਗੇ, ਵਾਅਦਾ ਕੀਤਾ ਸੀ। ਇਸ ਵਾਅਦੇ ਦੇ ਕਾਰਨ ਸਰਕਾਰ ਸੱਤਾ ਵਿੱਚ ਆ ਗਈ ਸੀ। ਤਕਰੀਬਨ 4.5 ਸਾਲ ਬੀਤ ਜਾਣ ਦੇ ਬਾਅਦ ਕਿੰਨੇ ਕੁ ਘਰਾਂ ਦੇ ਵਿੱਚ ਰੁਜ਼ਗਾਰ ਦਿੱਤਾ ਗਿਆ? ਇਹਦੇ ਸਬੂਤ ਤੁਹਾਡੇ ਸਾਰਿਆਂ ਕੋਲ ਹੋਣੇ ਹੀ ਹੈ ਕਿ ਕਿਹਨੂੰ ਕਿਹਨੂੰ ਰੁਜ਼ਗਾਰ ਮਿਲ ਗਿਆ, ਕਿਹਨੂੰ ਕਿਹਨੂੰ ਨੌਕਰੀ ਮਿਲ ਗਈ। ਪਰ ਹੁਣ ਇੱਕ ਫੇਰ ਉਸੇ ਤਰਜ਼ ਦੇ ਉੱਤੇ ਦੁਬਾਰਾ ਜੁਮਲਾ ਕਹਿ ਦਈਏ, ਜਾਂ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਕਹਿ ਦਈਏ, ਜਾਂ ਜਿਹੜੀ ਮੈਂ ਤੁਹਾਨੂੰ ਅਖਾਣ ਕਹਾਵਤ ਪਾਈ ਹੈ ਕਿ ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ, ਉਹ ਆਖੀਏ ਕਿ ਇੱਕ ਵਾਰੀ ਫੇਰ ਹੱਥਾਂ ਤੇ ਸਰੋਂ ਜਮਾਉਣ ਵਾਸਤੇ ਤਿਆਰ ਹੈ ਕੈਪਟਨ ਸਰਕਾਰ। ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਨੇ 7 ਦਿਨਾਂ ਦੇ ਅੰਦਰ ਅੰਦਰ, ਭਾਵ ਇੱਕ ਹਫ਼ਤੇ ਦੇ ਅੰਦਰ ਅੰਦਰ 2.5 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਕਰਾਮਾਤੀ ਟੀਚੇ ਨੂੰ ਮਿਥ ਲਿਆ। ਪਰ ਇਹ ਪੂਰਤੀ ਕਿਵੇਂ ਹੋ ਸਕਦੀ ਹੈ? ਕੋਈ ਸੰਭਵ ਹੋ ਸਕਦਾ ਹੈ? ਜਾਂ ਫਿਰ ਜਾਪਦਾ ਕਿ 2017 ਵਾਲੀ ਇੱਕ ਵਾਰੀ ਫੇਰ ਤੁਹਾਡੇ ਜਜ਼ਬਾਤਾਂ ਨਾਲ ਖੇਡ ਖੇਡੀ ਜਾ ਰਹੀ ਹੈ? ਕਿਉਂਕਿ ਬੀਤੇ 3-4 ਸਾਲਾਂ ਦੇ ਜੇਕਰ ਇਤਿਹਾਸ ਤੇ ਨਜ਼ਰ ਮਾਰੀ, ਉਹ ਤਾਂ ਗਵਾਹੀ ਕੁਝ ਹੋਰ ਭਰਦਾ ਹੈ ਕਿ ਉਹ ਤਾਂ ਭਾਈ ਲਾਰਾ ਸੀ, ਉਹ ਵਾਅਦਾ ਤਲਾਰਾ ਹੋਣੇ ਬੜਿਆ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਪ੍ਰਮੁੱਖ ਚੀਫ ਸਕੱਤਰ ਨੇ, ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨਾਲ ਇਹ ਟੀਚਾ ਸਾਂਝਾ ਕੀਤਾ ਹੈ। ਜਦੋਂ ਉਹਨਾਂ ਨਾਲ ਉਹ ਟੀਚਾ ਸਾਂਝਾ ਕਰ ਰਹੇ ਸੀ ਤਾਂ DC ਸਾਹਿਬਾਨਾਂ ਦੇ ਮੂੰਹ ਅੱਡੇ ਦੇ ਅੱਡੇ ਅੜਾਏ ਰਹਿ ਗਏ। ਉਹ ਹੱਕੇ ਬੱਕੇ ਸੀ, ਕਿਉਂਕਿ ਪੰਜਾਬ ਦੇ ਵਿੱਚ ਜਾਣਕਾਰੀ ਅਨੁਸਾਰ 9 ਸਤੰਬਰ ਤੋਂ ਰੁਜ਼ਗਾਰ ਮੇਲੇ ਲਗਾਏ ਜਾਣਗੇ ਜੋ 17 ਸਤੰਬਰ ਤੱਕ ਚੱਲਣਗੇ। ਜੇ ਛੁੱਟੀਆਂ ਵਿੱਚੋਂ ਕੱਢ ਦਈਏ ਤਾਂ ਇਹ ਤਕਰੀਬਨ ਹਫ਼ਤਾ ਬਣਦਾ ਹੈ, ਹਫ਼ਤਾ ਭਰ ਇਹ ਮੇਲੇ ਚੱਲਣਗੇ। ਜਾਣਕਾਰੀ ਅਨੁਸਾਰ ਰੁਜ਼ਗਾਰ ਪ੍ਰਾਈਵੇਟ ਖੇਤਰ ਵਿੱਚ ਦਿੱਤੇ ਜਾਣੇ ਨੇ। ਹਫ਼ਤੇ ਭਰ ਵਿੱਚ 2.5 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਸਰਕਾਰ ਨੇ ਟੀਚਾ ਮਿਥਿਆ ਹੈ। ਪੰਜਾਬ ਦੇ 6 ਵੱਡੇ ਜ਼ਿਲ੍ਹੇ ਨੇ, ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਬਠਿੰਡਾ, ਜਲੰਧਰ, ਪਟਿਆਲਾ ਤੇ ਮੋਹਾਲੀ। ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ 'ਚ 15-15 ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਜਦੋਂ ਕਿ ਬਾਕੀ 16 ਜ਼ਿਲ੍ਹਿਆਂ ਦੇ ਵਿੱਚ ਪ੍ਰਤੀ ਜ਼ਿਲ੍ਹਾ 10-10 ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਇਹਨਾਂ ਹਦਾਇਤਾਂ ਦੇ ਅਨੁਸਾਰ ਸਿਰਫ ਪੜ੍ਹਿਆਂ ਲਿਖਿਆਂ ਨੂੰ ਨਹੀਂ, ਅਨਪੜ੍ਹਾਂ ਨੂੰ ਵੀ ਰੁਜ਼ਗਾਰ ਦੇ ਇਸ ਖਰੜੇ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਕੈਪਟਨ ਸਰਕਾਰ ਨੇ ਡਿਪਟੀ ਕਮਿਸ਼ਨਰ ਨੂੰ ਟੀਚਾ ਦਿੱਤਾ ਹੈ ਕਿ ਇਸ ਹਫ਼ਤੇ ਦੇ ਦੌਰਾਨ 6.25 ਲੱਖ ਲੋਕਾਂ ਨੂੰ ਰੁਜ਼ਗਾਰ ਮੇਲਿਆਂ ਵਿੱਚ ਇਕੱਠਾ ਕੀਤਾ ਜਾਵੇ। ਪੰਜਾਬ ਦੇ ਵੱਡੇ 6 ਜ਼ਿਲ੍ਹਿਆਂ ਵਿੱਚ ਪ੍ਰਤੀ ਜ਼ਿਲ੍ਹਾ 37.5 ਹਜ਼ਾਰ ਅਤੇ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ 25-25 ਹਜ਼ਾਰ ਨੌਜਵਾਨਾਂ ਨੂੰ ਇਹਨਾਂ ਮੇਲਿਆਂ ਵਿੱਚ ਲਿਆਂਦਾ ਜਾਵੇ। ਤੁਹਾਨੂੰ ਯਾਦ ਹੋਣਾ ਹੈ ਕਿ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਕੈਪਟਨ ਸਰਕਾਰ ਸਾਲ 2017 ਦੇ ਵਿੱਚ ਸੱਤਾ ਵਿੱਚ ਆਈ ਸੀ। ਸਰਕਾਰ ਦਾਅਵਾ ਕਰ ਰਹੀ ਹੈ ਕਿ 31 ਦਸੰਬਰ ਤੇ 2020 ਤੱਕ 16 ਲੱਖ ਤੇ 29 ਹਜ਼ਾਰ ਲੋਕਾਂ ਨੂੰ ਸਰਕਾਰ ਰੁਜ਼ਗਾਰ ਦੇ ਚੁੱਕੀ ਹੈ। ਹੁਣ ਉਹ 16 ਲੱਖ ਤੇ 29 ਹਜ਼ਾਰ ਲੋਕ ਰਹਿੰਦੇ ਕਿੱਥੇ ਨੇ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ? ਪਰ ਸਰਕਾਰ ਕਹਿੰਦੀ ਹੈ ਆਹ ਹੁਣ ਜਿਹੜਾ ਨਵਾਂ ਟੀਚਾ ਹੈ, ਇਸ ਟੀਚੇ ਦੇ ਅਨੁਸਾਰ ਪੰਜਾਬ ਦੇ ਵਿੱਚ 72 ਥਾਵਾਂ ਦੇ ਉੱਤੇ ਇਹ ਰੁਜ਼ਗਾਰ ਮੇਲੇ ਲਾਏ ਜਾਣਗੇ ਤੇ ਅਗਲੀਆਂ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਧਿਰ ਭਾਵ ਕਾਂਗਰਸ ਦਰਅਸਲ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਉਹਨਾਂ ਵੱਲੋਂ ਰੁਜ਼ਗਾਰ ਦੇ ਮਾਮਲੇ ਦੇ ਵਿੱਚ ਜਿਹੜਾ 2017 ਦੀ ਚੋਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ RTI ਵੀ ਪਾਈ ਗਈ, ਪਰ RTI ਰਾਹੀਂ ਜਿਹੜਾ ਸੱਚ ਬਾਹਰ ਆਇਆ ਹੈ ਉਹ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਦਾ ਹੈ। ਇਸ RTI ਰਾਹੀਂ ਜਾਣਕਾਰੀ ਜਿਹੜੀ ਮੰਗੀ ਗਈ ਸੀ ਕਿ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੱਸੇ ਕਿ ਭਾਈ ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ। ਸਰਕਾਰ ਕਹਿੰਦੀ ਹੈ 16 ਲੱਖ ਤੇ 29 ਹਜ਼ਾਰ ਨੂੰ ਦੇ ਦਿੱਤਾ, ਪਰ RTI ਰਾਹੀਂ ਜਿਹੜਾ ਜਵਾਬ ਮਿਲਿਆ ਉਹ ਸੁਣ ਲਓ ਕੀ ਹੈ। ਉਹਦੇ ਮੁਤਾਬਕ ਵਿਭਾਗ ਦੇ ਕੋਲ ਕੋਈ ਇਸ ਤਰ੍ਹਾਂ ਦਾ ਅੰਕੜਾ ਹੀ ਨਹੀਂ, ਅੰਕੜਾ ਹੈ ਨਹੀਂ ਉਹਨਾਂ ਕੋਲੇ। ਉਹਨਾਂ ਨੇ ਆਪਣੇ ਜਵਾਬ ਦੇ ਵਿੱਚ ਲਾਰਾ ਸ਼ਬਦ ਦੀ ਵਰਤੋਂ ਕਰਕੇ RTI ਰਾਹੀਂ ਜਵਾਬ ਦੇ ਦਿੱਤਾ। ਹੁਣ ਜੇ ਸਰਕਾਰ ਨੇ 16 ਲੱਖ ਤੇ 29 ਹਜ਼ਾਰ, ਚਲੋ 16 ਹੀ ਲਾ ਲਿਓ, ਉਤਲੇ ਛੱਡ ਦਿਓ,
ਜੇ 16 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਤਾਂ ਅੰਕੜੇ ਤਾਂ ਕਿਤੇ ਨਾ ਕਿਤੇ ਮੌਜੂਦ ਹੋਣੇ ਚਾਹੀਦੇ ਸੀ। ਉਹ ਕਹਿੰਦੇ ਸਾਡੇ ਕੋਲ ਕੋਈ ਅੰਕੜਾ ਨਹੀਂ। ਹੁਣ ਸਰਕਾਰ ਪੱਬਾਂ ਭਾਰ ਹੈ। ਇੱਥੋਂ ਪਤਾ ਲੱਗਦਾ ਕਿ ਕਿੰਨੀ ਕੁ ਪੱਬਾਂ ਭਾਰ ਹੈ। ਉਹ ਕਹਿੰਦੇ ਜਿਹੜੇ ਨਸ਼ੇੜੀ ਨੌਜਵਾਨ ਨੇ ਇਸ ਤਾਂ ਉਹਨਾਂ ਨੂੰ ਵੀ ਨੌਕਰੀਆਂ ਦੇਣੀਆਂ ਨੇ। ਹੁਣ ਪੰਜਾਬ ਸਰਕਾਰ ਦੇ ਵੱਲੋਂ 31 ਮਾਰਚ 2022 ਤੱਕ ਪੰਜਾਬ ਦੇ 11,000 ਨਸ਼ੇੜੀ ਨੌਜਵਾਨਾਂ ਨੂੰ ਵੀ ਨੌਕਰੀਆਂ ਦਿੱਤੀ ਜਾਣ ਦੀ ਇੱਕ ਮੁਹਿੰਮ ਵਿੱਢੀ ਗਈ ਹੈ। ਜਿਨ੍ਹਾਂ ਦਾ ਇਸ ਵਕਤ ਇਲਾਜ ਚੱਲ ਰਿਹਾ ਹੈ, ਉਹਨਾਂ ਦੇ ਪੁਨਰਵਾਸ ਲਈ ਸਿੱਧਾ ਰੁਜ਼ਗਾਰ ਕਹਿੰਦੇ ਦਿੱਤਾ ਜਾਊਗਾ ਜਾਂ ਫਿਰ ਉਹਨਾਂ ਨੂੰ ਸਿਖਲਾਈ ਦਿੱਤੀ ਜਾਏਗੀ। ਤੇ ਹਰ ਜ਼ਿਲ੍ਹੇ ਦੇ ਡੀਸੀ ਨੂੰ ਜਿਹੜੇ ਜ਼ੇਰੇ ਇਲਾਜ ਨਸ਼ੇੜੀ ਨੇ ਉਹਨਾਂ ਦੀ ਸ਼ਨਾਖਤ ਕਰਨ ਵਾਸਤੇ ਹੁਕਮ ਦੇ ਦਿੱਤਾ ਗਿਆ। ਇਸ ਮਿਸ਼ਨ ਨੂੰ ਸਰਕਾਰ ਨੇ ਮਿਸ਼ਨ ਰੈੱਡ ਸਕਾਈ ਦਾ ਨਾਮ ਦਿੱਤਾ ਹੈ। ਚੰਗੀ ਗੱਲ ਹੈ ਕਿ ਜਿਹੜੇ ਲੋਕ ਗਲਤ ਰਾਹਾਂ ਤੇ ਤੁਰ ਪਏ ਨੇ, ਨਸ਼ੇੜੀ ਹੋ ਗਏ ਨੇ, ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਮੁੱਖ ਧਾਰਾ ਵਿੱਚ ਲਿਆਂਦਾ ਜਾਵੇ। ਪਰ ਜਿਹੜੇ ਪਹਿਲਾਂ ਅੰਕੜੇ ਦੱਸ ਰਹੇ ਨੇ ਕਿਸੇ ਉਹਨਾਂ ਦਾ ਵੀ ਲੇਖਾ ਜੋਖਾ ਨਹੀਂ ਮਿਲ ਰਿਹਾ ਤੇ ਇੱਕ ਹਫ਼ਤੇ 'ਚ 2.5 ਲੱਖ ਲੋਕਾਂ ਨੂੰ ਰੁਜ਼ਗਾਰ ਹੋ ਦੇ ਦੇਣ। ਦੇਖਿਓ, ਚੋਣਾਂ ਨੇੜੇ ਆ ਗਈਆਂ ਨੇ, ਠੱਗੇ ਨਾ ਜਾਇਓ। ਪਾਰਟੀ ਕੋਈ ਵੀ ਹੋਵੇ, ਪਰਖ ਲਿਓ, ਘੋਖ ਲਿਓ, ਕਿਤੇ ਤੁਹਾਡੇ ਨਾਲ ਠੱਗੀ ਨਾ ਹੋ ਜਾਵੇ। ਕੱਲ ਮੈਨੂੰ ਕਿਸੇ ਨੇ ਇੱਕ ਕਹਾਣੀ ਭੇਜੀ ਸੀ, ਛੋਟੀ ਜੀ ਕਹਾਣੀ ਹੈ, ਬੜੀ ਦਿਲਚਸਪ ਲੱਗੀ, ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਕਿ ਇੱਕ ਬਜ਼ੁਰਗ ਹੈ, ਬੈੱਡ ਤੇ ਪਿਆ, ਆਖਰੀ ਸਮਾਂ ਦਾ ਆਇਆ ਹੋਇਆ, ਆਪਣੇ ਧੀਆਂ ਤੇ ਪੁੱਤਰਾਂ ਨੂੰ ਸੱਦਦਾ ਕਿ ਆ ਜਾਓ ਬਈ, ਮੇਰੇ ਤਾਂ ਜਾਣ ਦਾ ਸਮਾਂ ਆ ਗਿਆ, ਮੇਰਾ ਅੰਤਮ ਸਮਾਂ ਨੇੜੇ ਆ ਗਿਆ। ਉਹ ਕਹਿੰਦੇ ਬਾਪੂ ਜੀ ਫਿਰ ਤੁਹਾਨੂੰ ਅਸੀਂ ਹਸਪਤਾਲ ਲੈ ਕੇ ਜਾਂਦੇ ਹਾਂ। ਉਹ ਕਹਿੰਦੇ ਨਹੀਂ, ਹਸਪਤਾਲ ਲਿਜਾਣ ਨਾਲੋਂ ਮੇਰੀ ਜਿਹੜੀ ਗੱਲ ਹੈ ਉਹ ਕੀਮਤੀ ਹੈ ਤੁਹਾਡੇ ਭਵਿੱਖ ਵਾਸਤੇ। ਮੈਂ ਚਾਹੁੰਦਾ ਕਿ ਮੇਰੇ ਪੁੱਤ ਪੋਤੇ ਦੋਤੇ ਦੋਤੀਆਂ ਸਾਰੇ ਠੀਕ ਠਾਕ ਰਹਿਣ ਤੇ ਉਹਨਾਂ ਦੇ ਭਵਿੱਖ ਨੂੰ ਮੈਂ ਸੁਨਹਿਰਾ ਬਣਾ ਕੇ ਜਾਣਾ ਚਾਹੁੰਦਾ। ਉਹ ਕਹਿੰਦੇ ਇਸ ਤਰ੍ਹਾਂ ਦੀ ਕਿਹੜੀ ਗਿੱਦੜ ਸਿੰਘੀ ਤੁਹਾਡੇ ਕੋਲੇ, ਡੈਥ ਬੈੱਡ ਤੇ ਤੁਸੀਂ ਪਏ ਹੋ ਤੇ ਤੁਸੀਂ ਕਹਿੰਦੇ ਮੈਨੂੰ ਤੁਹਾਡੇ ਭਵਿੱਖ ਦੀ ਚਿੰਤਾ ਤੇ ਮੈਂ ਸੁਨਹਿਰਾ ਵੀ ਬਣਾ ਜਾਣਾ। ਉਹ ਕਹਿੰਦੇ ਮੇਰੇ ਕੋਲੇ ਇੰਨਾ ਸਮਾਂ ਹੈ ਨਹੀਂ, ਪਰ ਉਹ ਜਿਹੜੀ ਸਾਹਮਣੇ ਅਲਮਾਰੀ ਹੈ ਉਹਦੇ ਵਿੱਚ ਮੈਂ ਤੁਹਾਡੇ ਭਵਿੱਖ ਵਾਸਤੇ ਕੋਈ ਮੰਤਰ ਲਿਖਿਆ, ਮੇਰੇ ਜਾਣ ਤੋਂ ਬਾਅਦ ਪੜ੍ਹ ਜ਼ਰੂਰ ਲਿਓ। ਇੰਨਾ ਕਹਿ ਕੇ ਬਜ਼ੁਰਗ ਅੱਖਾਂ ਮੀਚ ਜਾਂਦੇ ਹੈ। ਸਾਰੇ ਕਿਰਿਆ ਕਰਮ ਕਰ ਦਿੱਤੇ ਜਾਂਦੇ ਆ, ਭੋਗ ਪਾ ਦਿੱਤੇ ਜਾਂਦੇ ਆ, ਭੈਣ ਭਰਾ ਮਿਲਦੇ ਆ, ਬੈਠਦੇ। ਉਹ ਕਹਿੰਦੇ ਬਾਪੂ ਜੀ ਕਹਿੰਦੇ ਸੀ ਜਾਂਦੇ ਜਾਂਦੇ ਕਿ ਤੁਹਾਡੇ ਭਵਿੱਖ ਦੀ ਮੈਨੂੰ ਚਿੰਤਾ ਹੈ, ਅਲਮਾਰੀ 'ਚ ਰੱਖੀ ਹੋਈ ਹੈ, ਕੱਢੀਏ ਪੜ੍ਹੀਏ। ਉਹਨਾਂ ਦੀ ਧੀ, ਉਹਨਾਂ ਮੁੰਡਿਆਂ ਦੀ ਭੈਣ ਜਦੋਂ ਚਿੱਠੀ ਪੜ੍ਹਦੀ ਹੈ ਤੇ ਰੋਂਦੀ ਹੈ, ਤੇ ਰੋਂਦੀ ਰੋਂਦੀ ਫਿਰ ਹੱਸਣ ਲੱਗ ਜਾਂਦੀ ਹੈ। ਉਹ ਸਾਰੇ ਕਹਿੰਦੇ ਦੱਸ ਤਾਂ ਦੇ ਬਾਪੂ ਜੀ ਲਿਖ ਕੀ ਗਏ। ਬਾਪੂ ਜੀ ਲਿਖ ਕੇ ਗਏ ਕਿ ਮੈਨੂੰ ਤੁਹਾਡੇ ਭਵਿੱਖ ਦੀ ਚਿੰਤਾ ਹੈ, ਫਸਲੀ ਚੱਕਰ ਤੋਂ ਬਾਹਰ ਨਿਕਲਿਓ। ਜਿਸ ਤਰ੍ਹਾਂ ਅਸੀਂ ਕਣਕ ਬੀਜਦੇ ਹਾਂ, ਝੋਨਾ ਬੀਜਦੇ ਹਾਂ, ਕਣਕ ਬੀਜਦੇ ਹਾਂ, ਹੋਰ ਕੋਈ ਫਸਲ ਬੀਜਦੇ ਨਹੀਂ। ਉਹ ਕਹਿੰਦੇ ਤੁਸੀਂ ਪਾਰਟੀਆਂ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਿਓ। ਨਾ ਭਾਜਪਾ ਨੂੰ, ਨਾ ਅਕਾਲੀਆਂ ਨੂੰ, ਨਾ ਕਾਂਗਰਸ ਨੂੰ, ਨਾ ਰਵਾਇਤੀ ਪਾਰਟੀ ਨੂੰ ਵੋਟ ਨਾ ਪਾਇਓ। ਮੈਂ ਚਾਹੁੰਦਾ ਕਿ ਤੁਹਾਡਾ ਭਵਿੱਖ ਸੰਵਰ ਜਾਏ, ਨਹੀਂ ਤਾਂ ਮੇਰੇ ਵਾਂਗ ਤੁਸੀਂ ਸਾਰੀ ਉਮਰ ਗਰੀਬੀ 'ਚ ਗੁਜ਼ਾਰੋਗੇ। ਕਹਾਣੀ ਭਾਵੇਂ ਕਿਸ ਦੀ ਛੋਟੀ ਸੀ ਪਰ ਕਮਾਲ ਹੈ। ਹੁਣ ਭਵਿੱਖ ਤੁਹਾਡਾ, ਫੈਸਲਾ ਤੁਹਾਡਾ ਹੈ। ਦੇਖਿਓ 2.5 ਲੱਖ ਨੌਕਰੀਆਂ ਤੁਹਾਨੂੰ ਇੱਕ ਹਫ਼ਤੇ 'ਚ ਦੇਣੀਆਂ ਨੇ। ਜੇ ਸੱਚਮੁੱਚ ਸਰਕਾਰ ਦੀ ਇੰਨੀ ਸਮਰੱਥਾ ਹੈ ਕਿ ਇੱਕ ਹਫ਼ਤੇ 'ਚ 2.5 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਤਾਂ ਪਿਛਲੇ 4.5 ਸਾਲਾਂ ਦੇ ਹਫ਼ਤੇ ਜੋੜ ਤੋੜ ਕਰਕੇ ਦੇਖ ਲਿਓ ਕਿ ਕਿੰਨੇ ਬਣਦੇ ਨੇ। ਹੁਣੀ ਕਿਉਂ, ਪਹਿਲਾਂ ਕਿਉਂ ਨਹੀਂ। ਅਗਲੀ ਖਬਰ, ਕਿਸਾਨੀ ਸੰਘਰਸ਼ ਚੱਲ ਰਿਹਾ ਹੈ। 600 ਤੋਂ ਵੱਧ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ ਜਾਨਾਂ ਕੁਰਬਾਨ ਹੋ ਚੁੱਕੀਆਂ ਨੇ। ਸਰਕਾਰ ਟਸ ਤੋਂ ਬਸ ਨਹੀਂ ਹੁੰਦੀ। ਸਰਕਾਰ ਹਾਲੇ ਵੀ ਕਹੀ ਜਾਂਦੀ ਹੈ ਕਿ ਕਿਸਾਨਾਂ ਦੀਆਂ ਤਾਂ ਅਸੀਂ ਆਮਦਨਾਂ ਦੁੱਗਣੀਆਂ ਕਰਨੀਆਂ ਨੇ। ਪਰ ਆਹ ਖਬਰ ਜਿਹੜੀ ਮਿਲੀ ਹੈ ਦਿੱਲੀ ਦੀ ਸਿੰਘੂ ਸਰਹੱਦ ਤੋਂ ਮਿਲੀ ਹੈ। ਸੰਘਰਸ਼ ਚੱਲ ਰਿਹਾ ਹੈ। ਕਿਸਾਨੀ ਸੰਘਰਸ਼ ਦੇ ਵਿੱਚ 3 ਹੋਰ ਸ਼ਹੀਦ ਸ਼ਾਮਲ ਹੋ ਗਏ ਨੇ। ਮਹਿਲ ਸਿੰਘ, ਜਿਨ੍ਹਾਂ ਦੀ ਉਮਰ ਤਕਰੀਬਨ 70 ਵਰੇ ਦੱਸੀ ਗਈ ਹੈ, ਪਿੰਡ ਸ਼੍ਰੀਵਾਲਾ, ਜ਼ਿਲ੍ਹਾ ਫਿਰੋਜ਼ਪੁਰ ਸੀ, ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਹੈ। ਮੌਤ ਤੋਂ ਬਾਅਦ ਕਿਸਾਨ ਆਗੂ ਨੇ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਵੀ ਕੀਤਾ ਹੈ ਅਤੇ ਪ੍ਰਸ਼ਾਸਨ ਤੋਂ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜ਼ ਮੁਆਫ ਕਰਨ ਦੀ ਬੇਨਤੀ ਕੀਤੀ ਹੈ। ਇਸੇ ਤਰ੍ਹਾਂ ਦਿੱਲੀ ਮੋਰਚੇ ਤੋਂ ਵਾਪਸ ਪਰਤ ਰਹੇ ਪਿੰਡ ਰਾਜਗੜ੍ਹ ਕੁੱਬੇ ਦੇ 34 ਵਰਿਆਂ ਦੇ ਕਿਸਾਨ ਤਰਸੇਮ ਸਿੰਘ ਦੀ ਰਸਤੇ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਤਰਸੇਮ ਸਿੰਘ ਬੀਤੇ ਲਗਭਗ 15 ਕੁ ਦਿਨਾਂ ਤੋਂ ਦਿੱਲੀ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਵਾਸਤੇ ਗਏ ਸੀ। ਬੀਤੇ ਦਿਨੀ ਜਦੋਂ ਆਪਣੇ ਸਾਥੀਆਂ ਨਾਲ ਪਿੰਡ ਪਰਤ ਰਹੇ ਸੀ, ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋਈ। ਰਾਹ ਦੇ ਵਿੱਚ ਹੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਂਦਾ ਜਾ ਰਿਹਾ ਸੀ ਕਿ ਚਲੋ ਹਸਪਤਾਲ ਲੈ ਕੇ ਚੱਲਦੇ ਹਾਂ, ਤੇ ਉਹਨਾਂ ਦੀ ਉੱਥੇ ਮੌਤ ਹੋ ਗਈ। ਤਰਸੇਮ ਸਿੰਘ ਕੋਲ ਸਿਰਫ 1.5 ਏਕੜ ਜ਼ਮੀਨ ਸੀ ਤੇ ਤਰਸੇਮ ਸਿੰਘ ਦੇ ਸਿਰ ਤਕਰੀਬਨ 7 ਲੱਖ ਰੁਪਏ ਦਾ ਕਰਜ਼ ਦੱਸਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਸਿਰ ਚੜ੍ਹਿਆ ਕਰਜ਼ ਮੁਆਫ ਕਰਨ ਸਮੇਤ ਮੁਆਵਜ਼ਾ, ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ। ਇਸੇ ਤਰ੍ਹਾਂ ਭਵਾਨੀਗੜ੍ਹ ਦੇ ਨੇੜੇ ਪੈਂਦਾ ਪਿੰਡ ਬਲਿਆਲ, ਉੱਥੋਂ ਦੇ ਖੇਤ ਮਜ਼ਦੂਰ ਅੰਤ ਸਿੰਘ ਦੀ ਵੀ ਮੌਤ ਹੋਈ ਹੈ।
ਜਾਣਕਾਰੀ ਅਨੁਸਾਰ ਅੰਤ ਸਿੰਘ ਕਿਸਾਨੀ ਸੰਘਰਸ਼ ਦੇ ਦੌਰਾਨ ਸਿੰਘੂ ਸਰਹੱਦ ਤੇ ਇੱਕ ਟੋਏ ਵਿੱਚ ਡਿੱਗ ਕੇ ਜ਼ਖਮੀ ਹੋ ਗਏ ਸੀ। ਕਿਸਾਨ ਆਗੂ ਨੇ ਦੱਸਿਆ ਕਿ ਅੰਤ ਸਿੰਘ ਲਗਭਗ 4 ਮਹੀਨਿਆਂ ਤੋਂ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਸੀ। ਬੀਤੇ ਦਿਨੀ ਸਰਹੱਦ ਤੇ ਇੱਕ ਟੋਏ ਵਿੱਚ ਡਿੱਗ ਗਏ, ਜ਼ਖਮੀ ਹੋ ਗਏ ਸੀ। ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੂੰ ਇੱਕ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਵਾਸਤੇ ਭਰਤੀ ਕਰਵਾਇਆ ਹੋਇਆ ਸੀ। ਇਲਾਜ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ ਹੈ। ਕਿਸਾਨ ਆਗੂਆਂ ਨੇ ਭਵਾਨੀਗੜ੍ਹ ਦੇ ਐਸਡੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਵੀ ਦਿੱਤੀ ਜਾਵੇ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ। ਦੋਸਤੋ, ਇਹ ਸੀ ਆਪਣਾ ਅੱਜ ਦਾ ਕੁੱਲ ਮਿਲਾ ਕੇ ਪ੍ਰੋਗਰਾਮ। ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।